ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। 2-4 ਸਵੈ ਅਧਿਐਨ। ਸਾਧ ਗ੍ਰੰਥਾਂ ਨੂੰ ਰੋਜ਼ਾਨਾ ਧਿਆਨ ਨਾਲ ਪੜ੍ਹਨਾ, ਉਹਨਾਂ ਦੇ ਵਿਚਾਰ ਕਰਨਾ ਅਤੇ ਉਹਨਾਂ 'ਤੇ ਅਮਲ ਕਰਨਾ ਅਤੇ ਅਧਿਐਨ ਕਹਾਉਂਦਾ ਹੈ। ਅਧਿਐਨ ਨਾਮ ਪੜ੍ਹਨੇ ਦਾ, ਕਿਉਂਕਿ ਜਿਹੜੇ ਚੰਗੇ ਗ੍ਰੰਥ ਪੜ੍ਹਨੇ ਉਹਨਾਂ ਵਿਚਾਰ ਵੀ ਚੰਗੀ ਬਣਦੀ ਹੈ। ਗਲਤ ਕਿਤਾਬਾਂ ਪੜ੍ਹਨਾ ਗਲਤ ਅਸਰ ਪੈਂਦਾ ਹੈ। ਪਰਮਾਤਮਾ ਦੇ ਪਵਿੱਤਰ ਨਾਮ ਦਾ ਜਪ ਜਾਂ ਸਿਮਰਨ, ਸਾਧ ਗ੍ਰੰਥਾਂ ਦਾ ਪੜ੍ਹਨਾ, ਜਿਸ ਨਾਲ ਮੋਕਸ਼ ਦਾ ਗਿਆਨ ਹੋ ਜਾਵੇ। ਕਿਉਂਕਿ ਗ੍ਰੰਥ ਪੜ੍ਹਨਾ ਰੁਚੀ ਵੱਧਦੀ ਹੈ ਅਤੇ ਫਿਰ ਗਿਆਨ ਵੀ ਮਿਲਦਾ, ਜੁਗਤੀਆਂ ਮੁਕਤੀਆਂ ਵੀ ਮਿਲਦੀਆਂ। ਹਾਂਜੀ, ਇਹ ਸਾਰੇ ਮਹਾਂਪੁਰਖਾਂ ਨੇ ਗ੍ਰੰਥ ਲਿਖੇ ਆ। ਜਿੰਨੇ ਵੀ ਵੇਦ ਸ਼ਾਸਤਰ ਜੋ ਉਹ ਸੰਤਾਂ ਭਗਤਾਂ ਦੁਆਰਾ, ਗੁਰੂਆਂ ਦੁਆਰਾ ਬਾਣੀ ਸੰਸਾਰ 'ਤੇ ਆਈ ਹੈ। ਮਹਾਂਪੁਰਖਾਂ ਦੀ ਸੰਗਤ ਕਰਨਾ, ਜਿਸ ਨਾਲ ਮੁਕਤੀ ਦਾ ਉਪਦੇਸ਼ ਮਿਲ ਸਕੇ, ਭਾਵ ਜਿਸ ਨਾਲ ਆਤਮਾ ਅਤੇ ਪਰਮਾਤਮਾ ਦਾ ਗਿਆਨ ਹੋ ਸਕੇ। ਸਵੈ ਅਧਿਐਨ ਹੈ। ਔਰ ਦਿਨ ਜਿੰਨਾ ਵੱਧ ਜਿਸ ਨੂੰ ਆਤਮ ਗਿਆਨ ਹੋਵੇਗਾ, ਉਨਾ ਹੀ ਉਸ ਨੂੰ ਸਰੀਰਕ ਜ਼ਰੂਰਤਾਂ ਤੋਂ ਮੁਕਤ ਹੋਵੇਗਾ। ਕਿਉਂਕਿ ਸਵੈ ਅਧਿਐਨ ਹੀ ਹੈ ਜਿਸ ਨਾਲ ਆਤਮਿਕ ਜ਼ਰੂਰਤਾਂ ਦਾ ਪਤਾ ਚੱਲਦਾ ਹੈ ਅਤੇ ਸਰੀਰਕ ਜ਼ਰੂਰਤਾਂ ਦੇ ਵਿਅਰਥ ਹੋਣ ਦਾ ਗਿਆਨ ਹੁੰਦਾ ਹੈ। ਸਵੈ ਅਧਿਐਨ ਦੇ ਲਾਭ: ਨਾਮ ਜਪ ਨਾਲ ਇਸ਼ਟ ਦੇਵ ਦਾ ਸਾਖਿਆਤ ਦਰਸ਼ਨ ਹੁੰਦਾ। ਇਸ਼ਟ ਦਾ, ਪਰਮਾਤਮਾ ਦਾ, ਗੁਰੂ ਦਾ। ਮੰਤਰ ਜਪ ਨਾਲ ਹੀ ਮਨੁੱਖ ਆਪਣੇ ਇਸ਼ਟ ਦੇਵ ਦੇ ਦਰਸ਼ਨ ਕਰ ਸਕਦਾ ਹੈ। ਮਨ ਲਾ ਕੇ ਓਮ ਜਾਂ ਵਾਹਿਗੁਰੂ ਦਾ ਜਪ ਕਰਨ ਨਾਲ ਮਨ ਸ਼ੁੱਧ ਹੁੰਦਾ ਹੈ। ਪਰਮਾਤਮਾ ਦੇ ਵਾਚਕ ਓਮ ਦਾ ਜਪ ਅਤੇ ਇਸ ਦੇ ਅਰਥ 'ਤੇ ਵਿਚਾਰ ਕਰਨਾ, ਮਨ ਵਿੱਚ ਚੰਗੀ ਸੰਗਤ ਕਰਨਾ ਹੈ। ਇਸ ਨਾਲ ਮਨ ਵਿੱਚ ਪ੍ਰਕਾਸ਼ ਹੁੰਦਾ ਹੈ ਅਤੇ ਆਤਮਾ ਦੇ ਦਰਸ਼ਨ ਹੁੰਦੇ ਹਨ। ਮਹਾਂਪੁਰਸ਼ਾਂ ਦਾ 1 ਮਿੰਟ ਦਾ ਸੰਗ ਵੀ ਭਵ ਸਾਗਰ ਪਾਰ ਕਰਨ ਦੇ ਲਈ ਜਹਾਜ਼ ਦਾ ਕੰਮ ਦਿੰਦਾ ਹੈ। ਇਸ ਲਈ ਸਵੈ ਅਧਿਐਨ ਦੇ ਨਾਲ ਹੀ ਮਨ ਨਿਰਮਲ ਹੁੰਦਾ ਹੈ ਅਤੇ ਗਿਆਨ ਪ੍ਰਾਪਤ ਹੁੰਦਾ ਹੈ। 2 ਤੋਂ 5 ਈਸ਼ਵਰ ਪਰਣਿਧਾਨ। ਈਸ਼ਵਰ ਦਾ ਵਾਚਕ ਓਂਕਾਰ ਜਾਂ ਓਮ ਦਾ ਜਪ ਅਤੇ ਇਹਦੇ ਅਰਥ ਸਰੂਪ ਈਸ਼ਵਰ ਦਾ ਚਿੰਤਨ ਕਰਨਾ ਹੀ ਈਸ਼ਵਰ ਦਾ ਪਰਣਿਧਾਨ, ਭਾਵ ਈਸ਼ਵਰ ਦੀ ਭਗਤੀ ਜਾਂ ਉਪਾਸਨਾ ਕਹਾਉਂਦਾ ਹੈ। ਈਸ਼ਵਰ ਭਗਤੀ ਦੇ ਹੋਰ ਵੀ ਕਈ ਪ੍ਰਕਾਰ ਹਨ, ਪਰ ਜਪ ਅਤੇ ਧਿਆਨ ਸਭ ਸਾਧਨਾਂ ਵਿੱਚੋਂ ਮੁੱਖ ਹੋਣ ਦੇ ਕਾਰਨ ਇੱਥੇ ਸੂਤਰਕਾਰ ਨੇ ਸਿਰਫ ਨਾਮ ਅਤੇ ਨਾਮੀ ਦੇ ਸਿਮਰਨ ਰੂਪ ਇੱਕ ਹੀ ਤਰ੍ਹਾਂ ਦੀ ਭਗਤੀ ਦਾ ਵਰਣਨ ਕੀਤਾ ਹੈ। ਕਿਉਂਕਿ ਸਵਾਮੀ ਸ਼ੰਕਰਾਚਾਰ ਆਦਿਕ ਜਿਨ੍ਹਾਂ ਨੇ ਸੂਤਰ ਭਾਸ਼, ਸਰੀਰਕ ਭਾਸ਼ ਵਗੈਰਾ ਇਹ ਬੜੇ ਗ੍ਰੰਥ ਜਿਹੜੇ ਲਿਖੇ ਹੈ, ਅਤੇ ਬਿਆਸ ਸੂਤਰ ਜਿਹੜਾ ਹੈ ਵੇਦਾਂਤ ਦਰਸ਼ਨ, ਉਹਦੀ ਵੀ ਵਿਆਖਿਆ ਕੀਤੀ ਹੈ। ਇਸ ਲਈ ਆਪਣੇ ਮਨ ਨੂੰ ਸਭ ਤਰ੍ਹਾਂ ਦੇ ਜੰਜਾਲਾਂ ਤੋਂ ਹਟਾ ਕੇ ਸਿੱਧਾ ਪ੍ਰਭੂ ਚਰਨਾਂ ਦੇ ਵਿੱਚ ਹੀ ਲੀਨ ਰੱਖਣਾ ਈਸ਼ਵਰ ਪਰਣਿਧਾਨ ਹੈ। ਈਸ਼ਵਰ ਦੀ ਉਸਤਤ, ਸਿਮਰਨ ਅਤੇ ਪੂਜਾ ਰੂਪ ਭਗਤੀ ਈਸ਼ਵਰ ਪਰਣਿਧਾਨ ਹੈ। ਜੋ ਨਿਰੰਕਾਰ ਦੇ ਨਿਮਿਤ ਕੀਤਾ ਜਾਏ ਉਹਨੂੰ ਈਸ਼ਵਰ ਪਰਣਿਧਾਨ ਕਹਿ ਦਿੰਦੇ ਹਨ। ਪ੍ਰਭੂ ਦੀ ਸ਼ਰਨਾਗਤੀ ਵੀ ਈਸ਼ਵਰ ਪਰਣਿਧਾਨ ਕਹਾਉਂਦੀ ਹੈ ਕਿ ਈਸ਼ਵਰ ਨੂੰ ਆਪਣਾ ਆਪ ਨਿਰੰਕਾਰ ਨੂੰ ਸਮਰਪਿਤ ਕਰ ਦੇਣਾ, ਉਹਦੇ ਆਸਰੇ ਹੋ ਜਾਣਾ, ਇਹ ਪਰਣਿਧਾਨ ਕਹਾਉਂਦਾ। ਕਿਉਂਕਿ ਈਸ਼ਵਰ ਸ਼ਕਤੀ ਭਗਤੀ ਵਿੱਚ ਇਹ ਵੀ ਇੱਕ ਵੱਡਾ ਸਾਧਨ ਹੈ। ਆਪਣੇ ਤਨ ਮਨ ਧਨ ਪਰਮਾਤਮਾ ਦੇ ਅਰਪਣ ਕਰ ਦੇਣਾ ਈਸ਼ਵਰ ਪਰਣਿਧਾਨ ਹੈ। ਈਸ਼ਵਰ ਦੇ ਅੱਗੇ ਚੰਗੀ ਭੇਟ ਰੱਖਣੀ ਚਾਹੀਦੀ ਹੈ ਕਿ ਬੁਰੀ। ਇਸ ਲਈ ਆਪਣੇ ਸ਼ੁਭ ਕਰਮ ਈਸ਼ਵਰ ਨੂੰ ਭੇਟ ਕਰੋ, ਨਾ ਕਿ ਆਪਣੇ ਪਾਪ ਕਰਮ। ਕਿਉਂਕਿ ਬੁਰੇ ਕਰਮ ਭੇਟ ਕਰਦੇ ਸਮੇਂ ਆਪ ਨੂੰ ਸ਼ਰਮ ਆਵੇਗੀ। ਆਪਣਾ ਹਰ ਸ਼ੁਭ ਕਰਮ ਈਸ਼ਵਰ ਭੇਟਾ ਕਰੋ। ਈਸ਼ਵਰ ਭੇਟ ਕਰਨਾ ਅਤੇ
ਬਿਨਾਂ ਫਲ ਦੀ ਕਾਮਨਾ ਦੇ ਕਰਮ ਕਰਨਾ ਈਸ਼ਵਰ ਪ੍ਰਣਿਧਾਨ ਹੈ। ਫਲ ਦੀ ਇੱਛਾ ਨਹੀਂ ਕਰਨੀ, ਕਰਮ ਕਰਨਾ ਹੈ। ਆਨੰਦ ਪ੍ਰੇਮ ਨਾਲ ਆਪਣੇ ਆਪ ਨੂੰ ਪੂਰੇ ਪ੍ਰੇਮ ਦੇ ਨਾਲ, ਦ੍ਰਿੜ ਵਿਸ਼ਵਾਸ ਨਾਲ ਭਗਵਾਨ ਦੇ ਚਰਨਾਂ 'ਤੇ ਰੱਖ ਦੇਣਾ ਅਤੇ ਸਭ ਤਰ੍ਹਾਂ ਨਾਲ ਭਗਵਾਨ ਦੀ ਸ਼ਰਨ ਵਿੱਚ ਆ ਜਾਣਾ ਹੀ ਈਸ਼ਵਰ ਪ੍ਰਣਿਧਾਨ ਹੈ। ਭਾਵ ਪਰਮਾਤਮਾ ਦੀ ਇੱਛਾ ਦੇ ਸਾਹਮਣੇ ਝੁਕ ਜਾਣਾ ਅਤੇ ਉਹਦੀ ਇੱਛਾ ਵਿੱਚ ਖੁਸ਼ ਰਹਿਣਾ ਈਸ਼ਵਰ ਪ੍ਰਣਿਧਾਨ ਕਹਾਉਂਦਾ ਹੈ। ਤੇਰਾ ਕੀਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ, ਰਾਜੀ ਹੈ ਮੈਂ ਉਸੀ में जिसमें तेरी रज़ा हो। ਹਾਂਜੀ, ਇਹੀ ਸ਼ਰਨਾਗਤੀ ਦਾ ਸੱਚਾ ਸਰੂਪ ਹੈ, ਇਹੀ ਭਗਤੀ ਦਾ ਮੂਲ ਮਾਰਗ ਹੈ। ਕਹਿੰਦੇ ਹਨ रोक इंद्रियां को लावे, ध्यान आत्मा संग लगावे, यही ईश्वर प्रणिधान कहावे। सारियां इंद्रियां ਨੂੰ ਬਕਾਰਾਂ ਵੱਲੋਂ ਰੋਕ ਕੇ ਆਤਮਾ 'ਚ ਧਿਆਨ ਲਾਉਣਾ, ਈਸ਼ਵਰ ਦੇ ਪ੍ਰੇਣ ਆਸਰੇ ਹੋ ਜਾਣਾ, ਆਪਣਾ ਸਮਰਪਿਤ ਕਰਨਾ, ਇਹ ਈਸ਼ਵਰ ਪ੍ਰਣਿਧਾਨ ਕਹਾਉਂਦਾ ਹੈ। ਈਸ਼ਵਰ ਪ੍ਰਣਿਧਾਨ ਦੇ ਲਾਭ ਕੀ ਹੈ? ਇਸ ਨਾਲ ਮਨ ਦੀ ਮੈਲ ਧੋ ਹੋ ਜਾਂਦੀ ਹੈ, ਕਿਉਂਕਿ ਆਪਣਾ ਆਪ ਤਾਂ ਰਹਿੰਦਾ ਹੀ ਨਹੀਂ, ਆਪਣੇ ਮਨ ਦਾ ਨਹੀਂ ਨਾ ਰਹਿੰਦਾ। ਅਤੇ ਜਦੋਂ ਗੁਰੂ ਨੂੰ ਸਮਰਪਿਤ ਕਰਤਾ ਫਿਰ ਆਪਣੇ ਫੁਰਨੇ, ਆਪਣੀ ਮਨ ਦੀ ਮੱਤ ਗਈ, ਕਿਉਂਕਿ ਮਨ ਕੀ ਮੱਤ ਤਿਆਗੋ ਭਾਈ, ਇਹ ਬਾਤ ਕਠੈਨੀ ਗੱਲ ਤਾਂ ਕਠਨ। ਜਿਹੜੇ ਆਪਣੀ ਮੱਤ ਆ ਫਿਰ ਘੋੜੇ ਦੌੜਾਉਂਦਾ, ਆਹ ਕਰਾਂ ਉਹ ਕਰਾਂ, ਇੱਧਰ ਜਾਵਾਂ ਇੱਧਰ। ਜਿਹੜੇ ਆਪਣਾ ਮਨ ਵੇਚਿਆ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰ ਤੁਹੀ ਨਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਵੀ ਉਹਦਾ ਆਪਣਾ ਤਾਂ ਰਹਿੰਦਾ ਹੀ ਨਹੀਂ, ਉਹ ਫਿਰ ਹੁਕਮੀ ਬੰਦਾ ਬਣ ਜਾਂਦਾ, 7 ਵਜੇ ਜਾ ਜਾਂਦਾ। ਜਿਵੇਂ ਭਾਈ ਬਾਲਾ ਜੀ, ਮਰਦਾਨਾ ਜੀ, ਹਾਂਜੀ, ਉਹਨਾਂ ਦੇ ਹੁਕਮ 'ਚ ਹੀ 5 ਪਿਆਰੇ ਜਿਹੜੇ ਅੱਜ ਉਹਨਾਂ ਨੂੰ 4 ਸਾਹਿਬਾਂ 40 ਮੁਕਤੇ ਚੇਤੇ ਕਰਦੇ ਹਾਂ। ਇਸ ਨਾਲ ਮਨ ਦੀ ਮੈਲ ਧੋ ਹੋ ਜਾਂਦੀ ਹੈ ਅਤੇ ਆਤਮ ਧਿਆਨ ਵਿੱਚ, ਆਤਮ ਗਿਆਨ ਵਿੱਚ ਸਹਾਇਤਾ ਮਿਲਦੀ ਹੈ। ਇਸ ਨਾਲ ਸਮਾਧੀ ਦਾ ਲਾਭ ਹੁੰਦਾ ਹੈ, ਕਿਉਂਕਿ ਜੋ ਈਸ਼ਵਰ ਸ਼ਰਨਾਗਤ ਹੋ ਜਾਂਦੇ ਹਨ ਉਹਨਾਂ ਦੇ ਵਿਘਨ ਦਾ ਜਲਦੀ ਹੀ ਨਾਸ਼ ਹੋ ਕੇ ਸਮਾਧੀ ਲੱਗ ਜਾਂਦੀ ਹੈ, ਕਿਉਂਕਿ ਉਹਨਾਂ ਦੇ ਵਿਘਨਾਂ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਭਗਵਾਨ ਆਪ ਲੈ ਲੈਂਦੇ ਹਨ। ਹਾਂਜੀ, ਹੁਣ ਦ੍ਰੋਪਦੀ ਸੀ, ਪਹਿਲਾਂ ਉਹਨੂੰ ਸੀ ਕਿ ਦਰੋਣਾਚਾਰਿਆ ਜਾਂ ਭੀਸ਼ ਪਿਤਾਮਹ ਸਹਾਇਤਾ ਕਰਨਗੇ, ਅਤੇ ਉਹ ਵੀ ਦੁਰਯੋਧਨ ਤੋਂ ਡਰਦੇ ਕੁਸਕੇ ਨਹੀਂ। ਫਿਰ ਹੋਰ ਸਭਾ ਸਾਦੇ ਕੇ ਉਹ ਵੀ ਨਹੀਂ ਬੋਲੇ। ਹਾਂਜੀ, ਫਿਰ ਉਹਨੂੰ ਹੋਇਆ 5 ਪਾਂਡਵ ਦਾ ਪਤੀ ਉਹ ਵੀ ਨਹੀਂ ਕੁਸਕੇ, ਕਿਉਂ ਜੂਏ 'ਚ ਹਾਰ ਚੁੱਕੇ ਸੀ। ਫਿਰ ਉਹਨੂੰ ਕਿਹਾ ਵੀ ਮੈਂ ਵੀ ਨੌਜਵਾਨ ਆਪਣਾ ਬਲ ਲਾਉਂ, ਉਹ ਵੀ ਬਲ ਫੇਲ ਹੋ ਗਿਆ, ਦੁਸ਼ਾਸਨ ਫੜ ਕੇ ਲੈ ਗਿਆ। ਫਿਰ ਕਿਹਾ ਵੀ ਮਹਾਰਾਜ, ਹਾਂਜੀ, ਅੱਖੀਂ ਮੀਟ ਧਿਆਨ ਧਰ, ਹਾ ਕ੍ਰਿਸ਼ਨ ਕਰੇ ਬੁਲਾਉਂਦੀ, ਕਿ ਹੁਣ ਕ੍ਰਿਸ਼ਨ ਤੂੰ ਹੀ ਆ, ਉਸਦਾ ਆਸਰਾ ਨਹੀਂ। ਜੇ ਲੈ ਹੋਇਆ ਤੇ ਮਹਾਰਾਜ ਨੇ ਫਿਰ ਕਲਾ ਵਰਤਾ ਦਿੱਤੀ। ਸੋ ਇਸ ਵਾਸਤੇ ਜਿਹੜੇ ਉਹਨੂੰ ਸਮਰਪਿਤ ਕਰ ਦਿੰਦਾ ਆਪਣਾ, ਫਿਰ ਮਹਾਰਾਜ ਉਹਦੀ ਜ਼ਿੰਮੇਵਾਰੀ ਖੁਦ ਲੈ ਲੈਂਦੇ ਆ, ਭਗਵਾਨ ਖੁਦ ਆਪਣੇ ਉੱਪਰ ਲੈ ਲੈਂਦੇ ਹਨ। ਮਹਾਰਿਸ਼ੀ ਪਤੰਜਲੀ ਨੇ ਅਭਿਆਸ ਅਤੇ ਬਰਾਗ ਦੀ ਬਜਾਏ ਨਿਰਬੀਜ ਸਮਾਧੀ ਦਾ ਇਹ ਆਸਾਨ ਉਪਾਅ ਦੱਸਿਆ ਹੈ। ਇਸ ਦੇ ਨਾਲ ਨਿਰਬੀਜ ਸਮਾਧੀ ਜਲਦੀ ਪੂਰੀ ਹੋ ਜਾਂਦੀ ਹੈ, ਕਿਉਂਕਿ ਜਦੋਂ ਅੰਦਰ ਬੁਰਾਈ ਦਾ ਬੀਜ ਆ ਉਹ ਪੌਦੇ ਜੋ ਰੋਗਦੇ ਰਹਿੰਦੇ ਨਾ, ਜਿਵੇਂ ਹੁਣ ਧਰਤੀ 'ਚ ਕਈ ਬੀਜ ਆ ਉਹ ਖਤਮ ਨਹੀਂ ਹੁੰਦੇ, ਕਿ ਜੇ ਨਾ ਵਾਹੁੰਦੇ ਰਹੋ, ਸੁਹਾਗਦੇ ਰਹੋ, ਵਿੱਚੋਂ ਨਾ ਚੁਗੀਏ, ਉਹ ਪੈਦਾ ਹੋ ਜਾਂਦੀ, ਦੂਈ ਫਸਲ ਹੋਣੇ ਨਹੀਂ ਦਿੰਦੇ। ਇਸ ਤਰ੍ਹਾਂ ਇਹਦੇ ਹਿਰਦੇ ਰੂਪੀ ਧਰਤੀ 'ਚ ਵੀ ਬੀਜ ਕਈ ਹੈਗੇ ਬੁਰੇ, ਅਤੇ ਜੇ ਉਹ ਖਤਮ ਨਹੀਂ ਹੁੰਦੇ ਅਤੇ ਫਿਰ ਨਿਰਬੀਜ ਨਹੀਂ ਕਰਦੇ ਉਹਨਾਂ ਬੀਜਾਂ ਤੋਂ ਰਹਿਤ, ਅਤੇ ਭਗਤੀ ਦਾ ਬੀਜ ਪੈਦਾ ਨਹੀਂ ਹੋਣਾ। ਇਹ ਰੱਬ ਕਿਵੇਂ ਮਿਲੂਗਾ? ਕਿਉਂਕਿ ਕਦੀ ਕੋਈ ਫੁਰਨਾ ਆ ਗਿਆ, ਕਦੀ ਕੋਈ ਆ ਗਿਆ, ਉਹ ਥੋਟ ਜਿਹੜੇ ਆ ਮਨ ਨੂੰ ਟਿਕਣ ਨਹੀਂ ਨਾ ਦਿੰਦੇ। ਨਿਰਵੀਜ ਸਮਾਧੀ ਦਾ ਇਹ ਆਸਾਨ ਉਪਾਅ ਦੱਸਿਆ ਹੈ। ਇਸ ਨਾਲ ਨਿਰਵੀਜ ਸਮਾਧੀ ਜਲਦੀ ਪੂਰੀ ਹੋ ਜਾਂਦੀ ਹੈ, ਕਿਉਂਕਿ ਈਸ਼ਵਰ ਸਰਵ ਸ਼ਕਤੀਮਾਨ ਹੈ ਅਤੇ ਉਹ ਆਪਣੇ ਸ਼ਰਨਾਗਤ ਭਗਤ 'ਤੇ ਖੁਸ਼ ਹੋ ਕੇ ਉਹਦੀ ਭਾਵਨਾ ਦੇ ਅਨੁਸਾਰ ਉਹਨੂੰ ਸਭ ਕੁਝ ਦੇ ਸਕਦੇ ਹਨ। ਯੋਗ ਦੇ ਦੂਸਰੇ ਅੰਗ ਦਾ ਭਾਵ ਨਿਯਮ ਦੇ ਲਾਭ। ਪਹਿਲਾਂ ਜਮ ਸੀ ਉਹਦੇ ਬਾਰੇ ਦੱਸਿਆ, ਹੁਣ ਨਿਯਮ ਬਾਰੇ ਦੱਸਦੇ ਆ।
ਜਮ ਨਿਯਮਾਂ ਦਾ ਠੀਕ ਠੀਕ ਪਾਲਣ ਕਰਨ ਨਾਲ ਉਪਾਸ਼ਨਾ ਦਾ ਬੀਜ ਫੁੱਟ ਪੈਂਦਾ ਹੈ। ਜਦੋਂ ਤੱਕ ਮਨ ਵਿੱਚ ਨਿਯਮਾਂ ਦੀ ਮੰਜ਼ਿਲ ਤੈਅ ਨਹੀਂ ਕਰਦਾ, ਉਦੋਂ ਤੱਕ ਭਗਤੀ ਦਾ ਅਧਿਕਾਰ ਹੀ ਪ੍ਰਾਪਤ ਨਹੀਂ ਹੁੰਦਾ। ਹੁਣ ਨਿਯਮ ਅਤੇ ਉਪਨਿਯਮ ਬਣਾਏ ਹੁੰਦੇ ਆ, ਰਹਿਤ ਕਰਿਆਤ ਸਾਰਾ ਦੱਸਦੇ, ਜੇ ਮਰਜ਼ਾਦਾ ਨਹੀਂ ਕਰਾਂਗੇ ਇਹ ਕਿਸੇ ਮੰਜ਼ਿਲ 'ਤੇ ਪਹੁੰਚਾਂਗੇ ਨਹੀਂ। ਜਮ ਨਿਯਮ ਦੇ ਪਾਲਣ ਵਿੱਚ ਰੁਕਾਵਟਾਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ? ਮਨ ਬੜਾ ਚੰਚਲ ਹੈ। ਮਨ ਚਿੱਤ ਸ਼ੁੱਧੀ ਦੇ ਇਹਨਾਂ ਉਪਾਵਾਂ ਨਾਲ ਟਿਕਦਾ ਹੈ, ਪਰ ਫੇਰ ਉਖੜ ਜਾਂਦਾ ਹੈ। ਨਿਸ਼ਚਾ ਕਰਦੇ ਹਾਂ ਕਿ ਪਾਪ ਨਾ ਕਰੀਏ, ਪਰ ਇਹ ਪਾਪ ਕਰਨ ਨੂੰ ਤਿਆਰ ਹੋ ਜਾਂਦੇ ਹਾਂ, ਪਾਪ ਕਰਨ ਨੂੰ ਤਿਆਰ ਹੋ ਜਾਂਦੇ ਹਾਂ। ਇਸ ਲਈ ਕਿਹੜਾ ਪਾ ਕਰੀਏ ਜਿਸ ਨਾਲ ਇਹਨਾਂ ਨਿਯਮਾਂ ਤੇ ਦ੍ਰਿੜ ਰੂਪ ਨਾਲ ਸਥਿਰ ਰਹੀਏ ਅਤੇ ਯੋਗ ਦੇ ਸਾਧਨ ਨੂੰ ਚੱਲਦੇ ਜਾਈਏ, ਵੀ ਯੋਗ ਦੇ ਰਸਤੇ 'ਤੇ ਚੱਲਦੇ ਜਾਈਏ। ਇਸ ਰੋਗ ਦਾ ਉਪਾਅ ਇਹ ਹੈ ਕਿ ਜਿਸ ਸਮੇਂ ਪਾਪ ਭਾਵ ਹਿੰਸਾ, ਝੂਠ, ਚੋਰੀ ਤੇ ਜਨਾਕਾਰੀ ਭਾਵ ਕੀ ਹੈ, ਇਸਤਰੀ ਦੇ ਜਿਹੜੇ ਗਲਤ ਸੰਬੰਧ ਹੈ, ਸੁਸਤੀ, ਨਾਸਤਿਕਤਾ ਆਦਿ ਦੇ ਜਿਹੜੇ ਵਿਚਾਰ ਆ ਕੇ ਸਾਨੂੰ ਦਬਾਉਣ ਅਤੇ ਤੰਗ ਕਰਨ, ਤਾਂ ਉਸ ਸਮੇਂ ਸਾਨੂੰ ਪ੍ਰਤੀਪੱਖ ਦੀ ਭਾਵਨਾ ਕਰਨੀ ਚਾਹੀਦੀ ਹੈ। ਵੀ ਇਹ ਜਿਹੜਾ ਸੋਚਣਾ ਚਾਹੀਦਾ ਵੀ ਇੱਕ ਸੰਗਤ ਵਿੱਚੋਂ ਕੀ ਨੁਕਸਾਨ ਹੈਗੇ ਆ, ਅਤੇ ਜਦੋਂ ਇਹ ਕਰੂਗਾ ਅਤੇ ਫਿਰ ਇਹਨੂੰ ਵਿਕਾਰਾਂ ਤੋਂ ਛੁਟਕਾਰਾ ਮਿਲੇਗਾ। ਭਾਵ ਉਹਦੇ ਵਿਰੋਧੀ ਚੰਗੇ ਵਿਚਾਰ ਆਪਣੇ ਮਨ 'ਚ ਲਿਆਉਣੇ ਚਾਹੀਦੇ ਹਨ, ਬੁਰੇ ਰੋਕਣੇ ਆ, ਚੰਗੇ ਵਿਚਾਰ ਲਿਆਉਣੇ ਆ। ਆਪਣਾ ਪੱਖ ਜਿੰਨਾ ਸਹੀ ਹੋਵੇ, ਜਿਹੜੇ ਆਪਣੇ ਪੱਖ ਨੂੰ ਗਲਤ ਕਰਦੇ ਉਹ ਤਿਆਗਣੇ ਆ। ਜਿਵੇਂ ਹਿੰਸਾ ਨੂੰ ਅਹਿੰਸਾ ਨਾਲ, ਝੂਠ ਨੂੰ ਸੱਚ ਨਾਲ, ਚੋਰੀ ਨੂੰ ਧਰਮ ਨਾਲ, ਜਨਾਕਾਰੀ ਨੂੰ ਬ੍ਰਹਮਚਰਜ ਦੇ ਨਾਲ, ਲੋਭ ਨੂੰ ਸੰਤੋਖ ਨਾਲ, ਕ੍ਰੋਧ ਨੂੰ ਖੇਮਾ ਨਾਲ, ਸੁਸਤੀ ਨੂੰ ਤਪ ਨਾਲ, ਨਾਸਤਿਕਤਾ ਨੂੰ ਆਸਤਿਕਤਾ ਨਾਲ, ਈਸ਼ਵਰ ਭਗਤੀ ਦੀ ਮਹਾਨ ਤਲਵਾਰ ਨਾਲ ਟੋਟੇ ਟੋਟੇ ਕਰ ਦੇਣਾ ਚਾਹੀਦਾ ਹੈ। ਮਨੁੱਖ ਹੇ ਮਨੁੱਖ, ਜਦੋਂ ਤੇਰੇ ਦਿਲ ਵਿੱਚ ਇਸ ਤਰ੍ਹਾਂ ਦਾ ਜਵਾਰ ਬੁਖਾਰ ਚੜ੍ਹ ਜਾਵੇ ਅਤੇ ਇਸ ਦੇ ਤਾਪ ਨਾਲ ਤੂੰ ਸੜਨ ਲੱਗ ਜਾਵੇਂ, ਤਾਂ ਪ੍ਰਤੀਪੱਖ ਦੀ ਭਾਵਨਾ ਦੀ ਔਸ਼ਧੀ ਨੂੰ ਉਸ ਸਮੇਂ ਭੁੱਲ ਨਾ ਜਾਵੇਂ। ਬੁਖਾਰ ਚੜ੍ਹਿਆ ਆ ਅਤੇ ਉਹਨੂੰ ਦੂਰ ਕਰਨ ਲਈ ਦਵਾਈ ਦੇਣੀ ਪਊਗੀ ਨਾ, ਅਤੇ ਜੇ ਬੁਖਾਰ ਵਧਾਉਣ ਵਾਲੀਆਂ ਚੀਜ਼ਾਂ ਖਾਵਾਂਗੇ ਹੋਰ ਵੱਧ ਜਾਊਗਾ, ਨਹੀਂ ਤਾਂ ਪਛਤਾਵੇਂਗਾ ਅਤੇ ਸਖਤ ਤਕਲੀਫ ਸਹੇਗਾ। ਇਹ ਔਸ਼ਧੀ ਐਸੀ ਰਾਮਬਾਣ ਤਸੀਰ ਰੱਖਦੀ ਹੈ ਕਿ ਜੇ ਰਾਮਤਨ ਦੇ ਬਾਣ ਵਿਅਰਥ ਨਹੀਂ ਨਾ ਜਾਂਦੇ, ਕਿ ਜਲਦੀ ਹੀ ਆਪਣਾ ਪ੍ਰਭਾਵ ਦਿਖਾਉਂਦੀ ਹੈ ਅਤੇ ਜ਼ਬਰ ਨੂੰ ਤੁਰਤ ਹੀ ਦੂਰ ਕਰਦੀ ਹੈ। ਜਿਹੜਾ ਬੁਖਾਰ ਆ ਜ਼ਬਰ, ਉਸ ਸਮੇਂ ਇਹ ਵਿਚਾਰ ਕਰੋ ਕਿ ਮੈਂ ਇਹਨਾਂ ਤਪ ਅਤੇ ਯੋਗ ਕੀਤਾ ਅਤੇ ਹੁਣ ਜੇਕਰ ਅਜਿਹਾ ਕੰਮ ਕਰਾਂਗਾ ਤਾਂ ਮੈਨੂੰ ਸਗੇ ਬੇਦੀਨ, ਸਗੋਂ ਬੇਦੀਨ ਅਧਰਮੀ ਕੁੱਤਾ ਕਹਿਣਗੇ। ਜਿਸ ਤਰ੍ਹਾਂ ਕੁੱਤਾ ਹੈ, ਉਲਟੀ ਕੀਤੀ ਜਿਸ ਚੀਜ਼ ਨੂੰ ਫੇਰ ਖਾ ਜਾਂਦਾ ਹੈ। ਜਿਹੜਾ ਗਲਤ ਚੀਜ਼ਾਂ ਤਿਆਗੀਆਂ ਉਲਟੀ ਦੀ ਨਹੀਂ ਆਈਆਂ ਨਾ, ਜੇ ਉਹਨਾਂ ਨੂੰ ਗ੍ਰਹਿਣ ਕਰਦਾ ਬੁਰੇ ਕੰਮਾਂ ਨੂੰ ਸਮਝੋ ਉਲਟੀ ਖਾਂਦਾ, ਉਹ ਕੁੱਤੇ ਦੀ ਨਹੀਂ ਆਈਆਂ। ਜਿਵੇਂ ਕੁੱਤਾ ਉਲਟੀ ਵੀ ਖਾ ਜਾਂਦਾ, ਜਿਸ ਤਰ੍ਹਾਂ ਕੁੱਤਾ ਕੈ ਉਲਟੀ ਕੀਤੀ ਚੀਜ਼ ਨੂੰ ਫਿਰ ਖਾ ਜਾਂਦਾ ਹੈ, ਉਸੇ ਤਰ੍ਹਾਂ ਮੈਂ ਜੇਕਰ ਛੱਡੀ ਹੋਈ ਹਿੰਸਾ, ਜਨਾਕਾਰੀ, ਜਿਹੜੀ ਇਸਤਰੀਆਂ ਦੀ ਕੁਸੰਗਤ ਆਦਿ ਕਰੂੰਗਾ ਤਾਂ ਕੁੱਤਾ ਹੀ ਕਹਾਂਗਾ। ਅਜਿਹਾ ਨਾ ਹੋਵੇ ਕਿ ਮੈਂ ਮਨੁੱਖ ਬਣ ਕੇ ਕੁੱਤਾ ਬਣ ਜਾਵਾਂ। ਮੁਸ਼ਕਲ ਨਾਲ ਪ੍ਰਾਪਤ ਕੀਤੇ ਹੋਏ ਯੋਗ ਨੂੰ ਐਵੇਂ ਜਰਾ ਜਿੰਨੀ ਗੱਲ ਦੇ ਲਈ ਕਿਉਂ ਗਵਾ ਬੈਠਾ। ਇਸ ਲਈ ਜਦੋਂ ਕਦੇ ਮਨ ਵਿੱਚ ਬਦਲਾ ਲੈਣ, ਹਿੰਸਾ ਕਰਨ, ਝੂਠ, ਚੋਰੀ, ਜਨਾਕਾਰੀ ਆਦਿ ਦੇ ਬੁਰੇ ਵਿਚਾਰ ਆਉਣ ਅਤੇ ਜਮ ਨਿਯਮਾਂ ਦੇ ਪਾਲਣ ਕਰਨ ਵਿੱਚ ਵਿਘਨ ਪਾਉਣ, ਤਾਂ ਉਸ ਸਮੇਂ ਉਹਨਾਂ ਬੁਰੇ ਵਿਚਾਰਾਂ ਵਿੱਚ ਦੋਸ਼ ਰੂਪ ਪ੍ਰਤੀਪੱਖ ਦੀ ਭਾਵਨਾ ਕਰਨ ਵਿੱਚ ਵਿਘਨ ਪਾਉਣ
ਤਾਂ ਉਸ ਸਮੇਂ ਉਹਨਾਂ ਬੁਰੇ ਵਿਚਾਰਾਂ ਵਿੱਚ ਦੋਸ਼ ਰੂਪ ਪ੍ਰਤੀਪੱਖ ਦੀ ਭਾਵਨਾ ਕਰਨੀ ਚਾਹੀਦੀ ਹੈ। ਨੰਬਰ 3 ਆਸਣ। ਯੋਗ ਦਾ ਤੀਸਰਾ ਅੰਗ ਹੈ ਆਸਣ। ਆਸਣ ਸ਼ਬਦ ਦਾ ਅਰਥ ਹੈ ਬੈਠਣਾ, ਭਾਵ ਉਸ ਵਿਧੀ ਜਿਸ ਨਾਲ ਸਾਧਕ ਆਸਾਨੀ ਨਾਲ ਬੈਠ ਕੇ ਮਨ ਈਸ਼ਵਰ ਵੱਲ ਲਗਾ ਸਕੇ। ਆਸਣ ਤਾਂ ਬਹੁਤ ਹਨ, ਪਰ ਸਾਧਕ ਆਪਣੀ ਯੋਗਤਾ ਦੇ ਅਨੁਸਾਰ ਜਿਸ ਵੀ ਵਿਧੀ ਨਾਲ ਬਿਨਾਂ ਹਿਲਜੁਲ ਕੀਤਿਆਂ ਸਥਿਰ ਭਾਵ ਨਾਲ ਸੁਖਪੂਰਵਕ ਬਿਨਾਂ ਕਿਸੇ ਤਰ੍ਹਾਂ ਦੀ ਤਕਲੀਫ ਦੇ ਵੱਧ ਤੋਂ ਵੱਧ ਸਮੇਂ ਤੱਕ ਬੈਠ ਸਕੇ, ਉਹੀ ਆਸਣ ਉਹਦੇ ਲਈ ਠੀਕ ਹੈ। ਆਰਾਮ ਦੇ ਨਾਲ ਜੋ ਬੈਠਣਾ, ਉਸੇ ਦਾ ਨਾਮ ਆਸਣ ਹੈ। ਆਸਣ ਦੇ ਸੰਬੰਧ ਵਿੱਚ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ। ਇਸ ਤਰ੍ਹਾਂ ਬੈਠੋਗੇ ਜਿਸ ਨਾਲ ਨਾ ਤੁਹਾਡੇ ਸਰੀਰ ਨੂੰ ਕੋਈ ਤਕਲੀਫ ਹੋਵੇ ਅਤੇ ਨਾ ਹੀ ਮਨ ਵਿੱਚ ਕੋਈ ਬੇਚੈਨੀ ਪੈਦਾ ਹੋਵੇ, ਸਗੋਂ ਸਰੀਰ ਅਤੇ ਮਨ ਨੂੰ ਆਰਾਮ ਮਹਿਸੂਸ ਹੋਵੇ। ਨੰਬਰ 1 ਹੋ ਗਿਆ। ਨੰਬਰ 2 ਬਿਨਾਂ ਹਿਲਜੁਲ ਦੇ ਬੈਠ ਸਕੋ। ਤੀਜਾ ਵੱਧ ਤੋਂ ਵੱਧ ਸਮੇਂ ਲਈ ਆਰਾਮ ਨਾਲ ਬੈਠ ਸਕੋ। ਚੌਥਾ ਇੱਕ ਹੀ ਆਸਣ ਰੱਖੋ ਜਿਹੜਾ ਵੀ ਤੁਹਾਡੇ ਅਨੁਕੂਲ ਹੋਵੇ, ਕਿਉਂਕਿ ਆਪੋ ਆਪਣੇ ਸਰੀਰ ਦੇ ਅਨੁਕੂਲ ਹੈ। ਇਸ ਲਈ ਆਸਣ ਵਿੱਚ 2 ਗੱਲਾਂ ਦਾ ਖਾਸ ਧਿਆਨ ਰੱਖੋਗੇ। ਇੱਕ ਤਾਂ ਇਹ ਕਿ ਇਸ ਨਾਲ ਸਰੀਰ ਵਿੱਚ ਕੋਈ ਖਰਾਬੀ ਜਾਂ ਤਕਲੀਫ ਨਾ ਹੋਵੇ। ਦੂਸਰਾ, ਪਰਮਾਤਮਾ ਨਾਲ ਦਿਲ ਲਗਾਉਣ ਵਿੱਚ ਆਸਾਨੀ ਹੋਵੇ। ਯੋਗ ਸ਼ਾਸਤਰ ਵਿੱਚ ਲਿਖਿਆ ਹੈ ਸਥਿਰ ਸੁਖ ਆਸਨ। ਜਿਹੜਾ ਸੁਖ ਰੂਪੀ ਆਸਨ ਸਥਿਰ ਹੋਣਾ ਬਹਿਣਾ, ਇਹਦਾ ਅਰਥ ਹੈ ਕਿ ਯੋਗੀ ਐਸੇ ਆਸਣ 'ਤੇ ਬੈਠ ਕੇ ਅਭਿਆਸ ਕਰੇ ਜਿਸ ਨਾਲ ਉਸ ਨੂੰ ਲਗਾਤਾਰ ਸਥਿਰ ਰੀਤੀ ਨਾਲ ਟਿਕਾ ਵਾਲੀ ਰੀਤੀ ਨਾਲ ਸੁਖ ਮਹਿਸੂਸ ਹੋਵੇ। ਭਾਵ ਬੈਠਣ ਦੀ ਵਿਧੀ ਐਸੀ ਹੋਵੇ ਕਿ ਉਸ ਨੂੰ ਬੈਠਣ ਵਿੱਚ ਕਸ਼ਟ ਨਾ ਹੋਵੇ ਅਤੇ ਦੂਸਰਾ ਹਿੱਲੇ ਜੁਲੇ ਵੀ ਨਾ। ਇਸ ਲਈ ਆਸਣ ਐਸਾ ਹੋਵੇ ਜਿਸ ਨਾਲ ਭਜਨ ਵਿੱਚ ਵਿਘਨ ਨਾ ਪਵੇ। ਜੇਕਰ ਬੈਠਣ ਵਿੱਚ ਕੋਈ ਤਕਲੀਫ ਹੋਵੇਗੀ ਤਾਂ ਮਨ ਦਾ ਧਿਆਨ ਤਾਂ ਉਸ ਤਕਲੀਫ ਵੱਲ ਚਲਿਆ ਜਾਵੇਗਾ ਅਤੇ ਅਭਿਆਸ ਨਹੀਂ ਹੋ ਸਕੇਗਾ। ਦੂਸਰਾ, ਮਨ ਸਾਰੇ ਸਰੀਰ ਵਿੱਚ ਫੈਲਿਆ ਹੋਇਆ ਹੈ, ਇਸ ਲਈ ਸਰੀਰ ਦੇ ਹਿੱਲਣ ਜੁਲਣ ਨਾਲ ਮਨ ਵੀ ਅਸਥਿਰ ਹੋ ਜਾਂਦਾ ਹੈ। ਹਾਂਜੀ, ਮਨ ਵੀ ਅਸਥਿਰ ਹੋ ਜਾਂਦਾ, ਟਿਕਦਾ ਨਹੀਂ ਹੈ, ਭਾਵ ਹਿੱਲ ਜਾਂਦਾ ਹੈ। ਇਸ ਲਈ ਸਰੀਰ ਦਾ ਸਥਿਰ ਰੱਖਣਾ ਮਨ ਦੀ ਸਥਿਰਤਾ ਲਈ ਜ਼ਰੂਰੀ ਹੈ। ਇਸ ਲਈ ਅਚਲ ਹੋ ਕੇ ਆਸਣ 'ਤੇ ਬੈਠ ਜਾਓ। ਨਜ਼ਰ ਨੱਕ ਦੇ ਅਗਲੇ ਸਿਰੇ 'ਤੇ ਰੱਖਣੀ ਚਾਹੀਦੀ ਹੈ, ਭਾਵ ਨੱਕ ਦੀ ਨੋਕ ਨੂੰ ਲਗਾਤਾਰ ਦੇਖਦਾ ਰਹੇ। ਇਸ ਨਾਲ ਨਜ਼ਰ ਇੱਧਰ ਉੱਧਰ ਨਹੀਂ ਜਾਵੇਗੀ ਅਤੇ ਮਨ ਵਿੱਚ ਕੋਈ ਬਖੇਪ ਆਪਣੇ ਚੰਚਲਤਾ ਨਹੀਂ ਹੋਵੇਗੀ, ਬਖੇਪ ਨਹੀਂ ਹੋਵੇਗਾ ਅਤੇ ਮਨ ਵਿੱਚ ਨੁਕਤੇ 'ਤੇ ਟਿਕਣਾ ਸ਼ੁਰੂ ਹੋ ਜਾਏਗਾ। ਪਰ ਜੇਕਰ ਆਲਸ ਨਾ ਸਤਾਵੇ ਤਾਂ ਅੱਖਾਂ ਬੰਦ ਵੀ ਕਰ ਸਕਦੇ ਹਾਂ। ਫਿਰ ਇਸ ਅਵਸਥਾ ਵਿੱਚ ਨੱਕ ਦੀ ਨੋਕ 'ਤੇ ਨਜ਼ਰ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ। ਜਿਸ ਉੱਪਰ ਬੈਠ ਕੇ ਜਪ ਕੀਤਾ ਜਾਂਦਾ ਹੈ ਉਸ ਨੂੰ ਵੀ ਆਸਣ ਕਹਿੰਦੇ ਹਨ। ਉਹ ਵੀ ਸਥਿਰ ਅਤੇ ਸੁਖਪੂਰਵਕ ਬੈਠਣ ਵਾਲਾ ਹੋਵੇ। ਆਸਣ ਨੂੰ ਯੋਗ ਦਾ ਅੰਗ ਇਉਂ ਮੰਨਿਆ ਹੈ। ਆਸਣ ਨੂੰ ਯੋਗ ਦਾ ਅੰਗ ਇਸ ਲਈ ਮੰਨਿਆ ਗਿਆ ਹੈ ਕਿ ਇਸ ਦੇ ਬਿਨਾਂ ਇਕਾਗਰਤਾ ਅਤੇ ਸਮਾਧੀ ਜਿਹੜੀ ਅਸੰਭਵ ਹੈ, ਕਿਉਂਕਿ ਜਦੋਂ ਤੱਕ ਬੈਠਣ ਦਾ ਢੰਗ ਠੀਕ ਨਾ ਹੋਵੇ ਉਸ ਸਮੇਂ ਤੱਕ ਸਾਧਕ ਦਾ ਧਿਆਨ ਇੱਕ ਸਥਾਨ 'ਤੇ ਸਥਿਰ ਨਹੀਂ ਹੋ ਸਕਦਾ ਹੈ। ਧਿਆਨ ਕਿਵੇਂ ਟਿਕੇਗਾ? ਸੁਖਪੂਰਵਕ ਆਸਣ ਮਨ ਨੂੰ ਸਥਿਰ ਕਰਨ ਵਿੱਚ ਸਹਾਇਤਾ ਕਰਦਾ ਹੈ। ਆਸਣ ਦੇ ਬਿਨਾਂ ਪ੍ਰਾਣਾਯਾਮ ਵੀ ਠੀਕ ਨਹੀਂ ਹੋ ਸਕਦਾ ਹੈ। ਜੇਕਰ 3 ਘੰਟੇ 36 ਮਿੰਟ ਬਿਨਾਂ ਹਿੱਲੇ ਜੁਲੇ, ਬਿਨਾਂ ਥੱਕੇ, ਬਿਨਾਂ ਤਕਲੀਫ ਦੇ ਇੱਕ ਹੀ ਆਸਣ ਵਿੱਚ ਬੈਠ ਸਕੇ ਤਾਂ ਮਨ ਆਪਣੇ ਆਪ ਹੀ ਇਕਾਗਰ ਹੋ ਜਾਏਗਾ। 3 ਘੰਟੇ 36 ਮਿੰਟ ਬਹਿ ਸਕੇ। ਆਸਣ ਦੀ ਸਿੱਧੀ ਜਦੋਂ 3.5 ਘੰਟੇ ਬਿਨਾਂ ਹਿੱਲੇ ਜੁਲੇ ਸੁੱਖ ਨਾਲ ਬੈਠਿਆ ਜਾ ਸਕੇ ਤਾਂ ਆਸਣ ਸਿੱਧ ਹੁੰਦਾ ਹੈ। ਵਿਆਸ ਜੀ ਕਹਿੰਦੇ ਹਨ ਕਿ ਆਸਣ ਹੌਲੀ ਹੌਲੀ ਵਧਾਉਂਦੇ ਜਾਓ। ਵਿੱਚ 1 ਜਾਂ 2 ਮਿੰਟ ਉੱਠ ਕੇ ਆਸਣ 'ਤੇ ਥਕਾਵਟ ਦੂਰ ਕਰ ਸਕਦੇ ਹੋ, ਜਾਂ 2 ਘੰਟੇ ਬਾਅਦ ਲੱਤਾਂ ਨੂੰ ਪੂਰਾ ਪਸਾਰ ਕੇ ਸਰਾਣੇ ਜਾਂ ਕੰਧ ਦਾ ਸਹਾਰਾ ਲੈ ਸਕਦੇ ਹਾਂ। ਰੀੜ੍ਹ ਦੀ ਹੱਡੀ ਸਿੱਧੀ ਰੱਖੋ, ਬਹੁਤ ਜ਼ਿਆਦਾ ਕੱਸ ਕੇ ਵੀ ਨਾ ਬੈਠੋ। ਹੁਣ ਥੱਲੇ 1-2 ਚੰਗੇ ਆਸਣਾਂ ਦਾ ਵਰਣਨ ਕੀਤਾ ਗਿਆ ਹੈ। ਸਥਿਰ ਸੁਖ ਆਸਣ ਇਹ ਯੋਗਦਰ ਦਾ ਸੂਤਰ ਆ। ਇਹ ਆਸਣ ਬਹੁਤ ਚੰਗਾ ਹੈ। ਵਿਆਸ ਜੀ ਅਤੇ ਸਵਾਮੀ ਦਇਆਨੰਦ ਜੀ ਨੇ ਇਸ ਦਾ ਹੀ ਪ੍ਰਯੋਗ ਕੀਤਾ ਹੈ। ਇਹ ਆਸਣ ਚੌਂਕੜੀ ਲਾ ਕੇ ਇੱਕ ਲੱਤ ਨੂੰ ਦੂਸਰੀ ਲੱਤ 'ਤੇ ਰੱਖਣ ਨਾਲ ਬਣਦਾ ਹੈ।
ਜਿਸ ਦੇ ਪੈਰਾਂ ਦੇ ਤਲੇ ਸਿੱਧੇ ਅਤੇ ਰਾਨਾਂ 'ਤੇ ਰਹਿਣ ਪੱਟਾਂ 'ਤੇ। ਦੂਸਰਾ ਸੁਖ ਆਸਣ। ਇਸ ਤਰ੍ਹਾਂ ਬੈਠੋ ਕਿ ਤੁਹਾਡੇ ਖੱਬੇ ਪੈਰ ਦੀ ਅੱਡੀ ਉਸ ਸਥਾਨ ਨੂੰ ਛੂਹੇ ਜੋ ਸਥਾਨ ਤੁਹਾਡੇ ਪਤਾਲੂਆਂ ਦੇ ਥੱਲੇ ਹੈ। ਟੈਸਟੀਕਲਸ ਦੇ ਥੱਲੇ ਹੈ ਅਤੇ ਸੱਜੇ ਪੈਰ ਦੀ ਅੱਡੀ ਨੂੰ ਆਪਣੇ ਖੱਬੇ ਪੈਰ 'ਤੇ ਇਸ ਤਰ੍ਹਾਂ ਰੱਖੋ ਕਿ ਉਹ ਅੱਡੀ ਉਸ ਸਥਾਨ ਨੂੰ ਛੂਹੇ ਜਿੱਥੇ ਐਨ ਲਿੰਗ ਦੇ ਉੱਪਰ ਦੇ ਥਾਂ 'ਤੇ ਬਾਲ ਉੱਗਦੇ ਹਨ। ਇਸ ਤਰ੍ਹਾਂ ਸਿੱਧੇ ਬੈਠ ਜਾਓ ਔਰ ਲੱਕ, ਛਾਤੀ ਅਤੇ ਧੌਣ ਇੱਕ ਸਿੱਧੀ ਰੇਖਾ ਲਾਈਨ ਬਣਾਵੇ। ਹੱਥ ਅੱਧੇ ਬੰਦ ਹੋਣ ਅਤੇ ਅੱਧੇ ਉਹਨਾਂ ਨੂੰ ਗੋਡਿਆਂ 'ਤੇ ਜੋੜਾਂ 'ਤੇ ਰੱਖਣਾ ਚਾਹੀਦਾ ਹੈ। ਇਸ ਆਸਣ 'ਤੇ ਬਿਨਾਂ ਹਿੱਲੇ ਜੁਲੇ ਬੈਠ ਕੇ ਓਮ ਜਾਂ ਵਾਹਿਗੁਰੂ ਦਾ ਧਿਆਨ ਲਗਾਓ। ਓਮ ਦਾ ਮਾਨਸਿਕ ਜਾਪ ਕਰੋ ਅਤੇ ਆਪਣੇ ਅੰਦਰ ਓਮ ਦੀ ਆਵਾਜ਼ ਨਾਲ ਮਿਲਦੀ ਜੁਲਦੀ ਆਵਾਜ਼ ਸੁਣਨ ਦਾ ਯਤਨ ਕਰੋ। ਤੀਜਾ ਸ਼ਵ ਆਸਣ। ਇਹ ਆਸਣ ਬਿਲਕੁਲ ਪ੍ਰਯੋਗ ਨਾ ਕਰੋ, ਇਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ। ਜਿਵੇਂ ਮੁਰਦੇ ਮੂੰਹ ਲੇਟਣਾ, ਸ਼ਬ ਨਾਲ ਮੁਰਦੇ ਦਾ ਹੁੰਦਾ ਨਾ। ਆਸਣ ਦਾ ਲਾਭ। ਆਸਣ ਸਿੱਧ ਹੋ ਜਾਣ 'ਤੇ ਗਰਮੀ ਸਰਦੀ ਸਰੀਰ 'ਤੇ ਅਸਰ ਨਹੀਂ ਕਰਦੀ ਅਤੇ ਦੂਸਰਾ ਦਵੰਦਾਂ ਦਾ ਅਸਰ ਨਹੀਂ ਹੁੰਦਾ, ਜਿਹੜੀਆਂ ਦੂਜੀਆਂ ਚੀਜ਼ਾਂ। ਆਸਣ ਨਾਲ ਸਰੀਰ ਅਤੇ ਮਨ ਸਥਿਰ ਹੋ ਜਾਂਦਾ ਹੈ ਅਤੇ ਸਮਾਧੀ ਵਿੱਚ ਸਹਾਇਤਾ ਮਿਲਦੀ ਹੈ। ਇਸ ਨਾਲ ਸਰੀਰ ਰਿਸ਼ਟ ਪੁਸ਼ਟ ਅਤੇ ਬਲਵਾਨ ਹੁੰਦਾ ਹੈ। ਇਹ ਸਭ ਰੋਗਾਂ ਦਾ ਨਾਸ ਹੁੰਦਾ ਹੈ। ਆਤਮ ਬਲਵਾਨ ਹੁੰਦੀ ਹੈ, ਦਿਮਾਗ ਤੇਜ਼ ਹੁੰਦਾ ਹੈ, ਯਾਦ ਸ਼ਕਤੀ ਵੱਧਦੀ ਹੈ ਅਤੇ ਮਨ ਪਰਮਾਤਮਾ ਵੱਲ ਲੱਗਦਾ ਹੈ। ਚੌਥਾ ਪ੍ਰਾਣਾਯਾਮ। ਯੋਗ ਦਾ ਚੌਥਾ ਅੰਗ ਪ੍ਰਾਣਾਯਾਮ ਹੈ। ਪ੍ਰਾਣਾਯਾਮ ਦਾ ਅਰਥ ਹੈ ਪ੍ਰਾਣਾਂ ਨੂੰ ਆਯਾਮ ਮੈਨੇ ਰੋਕਣਾ। ਅਯਾਮ ਮੈਨੇ ਰੋਕਣਾ। ਪ੍ਰਾਣਾਂ ਨੂੰ ਰੋਕਣਾ ਜਾਂ ਕਾਬੂ ਕਰਨਾ। ਭਾਵ ਪ੍ਰਾਣਾਂ ਦਾ ਆਯਾਮ ਸੰਜਮ। ਜੋ ਸਾਹ ਅੰਦਰ ਜਾਂਦਾ ਹੈ ਉਸ ਨੂੰ ਸੁਆਸ ਅਤੇ ਜੋ ਬਾਹਰ ਜਾਂਦਾ ਹੈ ਉਸ ਨੂੰ ਪਰ ਸੁਆਸ ਕਹਿੰਦੇ ਹਨ। ਪ੍ਰਾਣਾਯਾਮ ਵਿੱਚ ਦੇਸ਼, ਸਥਾਨ, ਕਾਲ, ਸਮਾਂ ਅਤੇ ਸੰਖਿਆ ਗਿਣਤੀ ਅਤੇ ਪੂਰੀ ਪਾਬੰਦੀ ਹੋਵੇ। ਇਹ ਨਾ ਹੋਵੇ ਕਿ ਅੱਜ 2 ਵਾਰ ਪ੍ਰਾਣਾਯਾਮ ਕੀਤਾ, ਕੱਲ੍ਹ 10 ਵਾਰ। ਪ੍ਰਾਣਾਯਾਮ ਕਰਨ ਦਾ ਸਥਾਨ ਜਿੱਥੇ ਕਰਨਾ ਸਾਫ ਸੁਥਰਾ ਹੋਵੇ ਅਤੇ ਜਿੱਥੇ ਸ਼ੁੱਧ ਹਵਾ ਆਉਂਦੀ ਜਾਂਦੀ ਹੋਵੇ ਰਹੇ। ਇਸ ਦੇ ਲਈ ਅੰਮ੍ਰਿਤ ਵੇਲਾ ਸਭ ਤੋਂ ਚੰਗਾ ਹੈ, ਕਿਉਂ ਉਸ ਸਮੇਂ ਹਵਾ ਸਾਫ, ਮਨ ਖੁਸ਼ ਅਤੇ ਪੇਟ ਵਿੱਚ ਗੰਦਗੀ ਨਹੀਂ ਹੁੰਦੀ। ਦੂਸਰੇ ਦਰਜੇ ਦਾ ਸਮਾਂ ਸ਼ਾਮ ਦਾ ਹੈ, ਕਿਉਂਕਿ ਸ਼ਾਮ ਨੂੰ ਹਵਾ ਇਤਨੀ ਸ਼ੁੱਧ ਨਹੀਂ ਹੁੰਦੀ। ਦੁਪਹਿਰ ਜਾਂ ਸ਼ਾਮ ਨੂੰ ਪ੍ਰਾਣਾਯਾਮ ਕਦੇ ਨਾ ਕਰੋ। ਦੂਸਰਾ ਆਸਣ ਸਿੱਧ ਹੋ ਜਾਣ 'ਤੇ ਭਾਵ ਜਦੋਂ ਆਸਣ ਲਗਾਉਣਾ ਆ ਜਾਵੇ ਉਸ ਦੇ ਬਾਅਦ ਪ੍ਰਾਣਾਯਾਮ ਕਰੋ। ਇਸ ਤੋਂ ਪਹਿਲਾਂ ਕਰਨਾ ਗਲਤੀ ਹੈ। ਹੁਣ ਪ੍ਰਾਣਾਯਾਮ ਜਿਹੜਾ ਉਹ 4 ਤਰ੍ਹਾਂ ਦਾ ਹੈ। ਉਹਦੀ ਵਿਚਾਰ ਅਗਲੇ ਸਮੇਂ 'ਚ ਕਰਾਂਗੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਮਹਿੰਗੀਆਂ ਇਹ ਫਿਰ ਜਲਦਬਾਜ਼ੀ ਇਹਨਾਂ ਨੇ ਵਿਚਾਰਨਾ ਹੀ ਸਾਰਾ ਚੱਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।